मुनव्वर हुसैन मकतूल जो इस दुनिया से चले गए जुल्म का, बर्बरियत का शिकार होके, उनके भाई मेरे साथ इस टाइम मौजूद हैं। मुदई मुकद्दमा हैं, बुजुर्ग हैं, हमारे बड़े हैं। बात करती हैं हम इनसे। अस्सलाम वालेकुम। वालेकुम अस्सलाम। क्या नाम है आपका? मोहम्मद हुसैन। मैं समझ सकती हूँ कि आप कंट्रोल भी कर रहे हैं, नहीं हो रहा, सका भाई था, मार दिया, बेहतरीन दोस्त भी था मेरा, बेहतरीन दोस्त भी लाडला था, भाई, लाडला भाई था। आपसे छोटा कि बड़ा? छोटा है, आपसे छोटा था। छोटा मुझसे। अच्छा, ਅਸੀਂ ਪੰਜਾਬੀ ਚ ਗੱਲ ਕਰੀਏ ਕਿ ਉਰਦੂ ਚ? ਪੰਜਾਬੀ ਚ ਕਰੋ। ਅਸੀਂ ਪੰਜਾਬੀ ਚ ਗੱਲ ਕਰਾਂਗੇ, ਹਾਂਜੀ। ਠੀਕ ਹੈ। ਤੁਸੀਂ ਕੀ ਕਰਦੇ ਹੋ? ਮੇਰੀ ਇੱਥੇ ਸ਼ੂਜ਼ ਦੀ ਦੁਕਾਨ ਸੀ ਜਿਹੜੀ ਬਰਬਾਦ ਹੋ ਗਈ ਹੈ, ਭਾਈ ਨੂੰ ਲੱਭਦਿਆਂ ਨੁਕਸਾਨ ਹੋ ਗਿਆ ਹੈ। ਨੁਕਸਾਨ ਹੋ ਗਿਆ। ਘਰ ਦੀਆਂ ਚੀਜ਼ਾਂ ਵੇਚ ਕੇ ਮੈਂ ਭਾਈ ਨੂੰ ਲੱਭਦਾ ਰਿਹਾ, ਮੈਨੂੰ ਭਾਈ ਨਹੀਂ ਲੱਭਾ। ਹਰ ਚੀਜ਼ ਘਰ ਦੀ ਮੈਂ ਸੇਲ ਕਰਦੀ ਫਿਰ। ਬਾਈ ਦੀ ਸ਼ਾਦੀ ਪਹਿਲੇ ਹੋਈ ਸੀ ਕਿ ਤੁਹਾਡੀ? ਬਾਈ ਦੀ ਪਹਿਲੇ ਹੋਈ ਸੀ, ਕਿਉਂਕਿ ਉਹ ਕਹਿੰਦੇ ਸਨ ਕਿ ਅਗਰ ਸ਼ਾਦੀ ਹੋ ਜਾਵੇ ਤੇ ਉਹਦੇ ਨਾਲ ਕੁਝ ਆਰਮੀ ਵਾਲੇ ਕੁਝ ਦਿੰਦੇ ਨੇ, ਕੋ ਤਾਵਨ ਕਰਨਗੇ, ਪਿਆਰ ਮੁਹੱਬਤ ਕਰਨਗੇ। ਹਾਂਜੀ, ਪਿਆਰ ਮੁਹੱਬਤ ਕਰਾਂਗੇ। ਫਿਰ ਤੁਸੀਂ ਉਹਦੀ ਕਰਤੀ ਕਿ ਚੱਲ ਇਹਦਾ ਭਲਾ ਹੋ ਰਿਹਾ। ਹਾਂਜੀ, ਭਲਾ ਉਹਦੇ ਨਾਲ ਬੱਚੀ ਯਤੀਮ ਸੀ, ਉਹਦਾ ਕੋਈ ਆਸਰਾ ਨਹੀਂ ਸੀ ਹੈਗਾ, ਇਸ ਕਰਕੇ ਚਾਚੇ ਦੀ ਬੇਟੀ ਸੀ, ਅਸੀਂ ਕਿਹਾ ਵੀ ਚਲੋ ਇਹਦਾ ਫਾਇਦਾ ਹੋ ਜਾਏਗਾ। ਕਿੱਥੇ ਪਲੇਗੀ, ਕਿੱਥੇ ਪਲੇਗੀ, ਕੌਣ ਪਾਲੇਗਾ ਇਹਨੂੰ? ਮਾਸ਼ਾਅੱਲਾ, ऐसे लोग भी हैं दुनिया में। अच्छा, फिर ਤੁਸੀਂ ਤੀ ਧਿਆਣੀ ਨੂੰ ਨਿਕਾਹ ਕੀਤਾ ਤੇ ਘਰ ਲੈ ਆਏ। ਹਾਂਜੀ, ਉਸ ਤੋਂ ਬਾਅਦ ਫਿਰ ਨਾਲ ਮੁਖਤਲਿਫ ਪਾਕਿਸਤਾਨ ਦੀਆਂ ਮੁਖਤਲਿਫ ਯੂਨਿਟਾਂ ਦੇ ਵਿੱਚ ਉਹਨਾਂ ਨੇ ਰੱਖਿਆ, ਉਹਨਾਂ ਨੂੰ ਨਾਲ ਹੀ ਰੱਖਿਆ। 20 ਤੋਂ 25 ਸਾਲ ਨਾਲ ਹੀ ਰਹੀ ਹੈ। ਆਰਮੀ ਚ ਸੀ ਨਾ ਭਾਈ ਤੁਹਾਡੇ? ਆਰਮੀ ਚ ਸੂਬੇਦਾਰ ਸੀ। ਹਾਂਜੀ। ਅੱਛਾ, ਫਿਰ ਤੇ ਸੂਬੇਦਾਰ ਰਹੇ ਨੇ ਜੀ। ਫਿਰ ਲਾਹੌਰ ਆਰੇ ਬਾਜ਼ਾਰ ਤੋਂ 40 EME ਬਟਾਲੀਅਨ ਦੇ ਵਿੱਚੋਂ 32 ਸਾਲ ਕਰਨ ਤੋਂ ਬਾਅਦ ਰਿਟਾਇਰ ਹੋ ਗਿਆ। ਉਸ ਤੋਂ ਪਹਿਲੇ 1 ਸਾਲ ਪਹਿਲੇ ਜਾਂ 2-3 ਸਾਲ ਪਹਿਲੇ ਗਏ ਨੇ UN ਦੇ ਵਿੱਚ ਵੀ 1 ਸਾਲ ਮਿਸ਼ਨ ਤੇ ਲਾ ਕੇ ਆਏ। ਵੈਰੀ ਗੁੱਡ। ਐਜ਼ ਅ ਸਟਾਫ ਆਫੀਸਰ ਉਹਨਾਂ ਦੇ ਮੈਂ ਤੁਹਾਨੂੰ ਤਮਗੇ ਦਿਖਾਵਾਂਗਾ। ਹਾਂਜੀ, ਆਜ਼ਾਦ ਮਿਲੇ ਨੇ, ਬੜੇ ਥੋੜੇ ਤਮਗੇ ਮਿਲੇ ਨੇ। ਤਮਗੇ ਮਿਲੇ ਨੇ ਉਹਨਾਂ। ਕਾਬਿਲ ਆਦਮੀ, ਬਹੁਤ ਕਾਬਲ। 8:30 ਵਜੇ ਡਿਊਟੀ ਤੇ ਜਾਂਦਾ ਸੀ, 11-12 ਵਜੇ ਵਾਪਸ ਆਉਂਦਾ ਸੀ ਰਾਤ ਨੂੰ 11-12 ਵਜੇ ਵਾਪਸ। ਸਵੇਰੇ 8:30 ਜਾਣਾ? ਹਾਂਜੀ, 8:30 ਜਾਣਾ ਸੁਬਾਹ। ਉਸ ਤੋਂ ਬਾਅਦ ਫਿਰ ਕਾਬਲ ਸੀ, ਕਹਿੰਦੇ ਕਿ ਬੱਚੇ ਮੈਂ ਡਾਕਟਰ ਬਣਾਉਣੇ ਨੇ, ਕੋਈ ਕਹਿੰਦਾ ਬੱਚਾ ਮੈਂ ਪਾਇਲਟ ਬਣਨਾ ਹੈ। ਉਹਨੇ ਕਿਹਾ ਫਿਰ ਮੈਂ ਨੌਕਰੀ ਹੋਰ ਕਰ ਲੈਣਾ, ਮੇਰੀ ਸਿਹਤ ਅੱਛੀ ਹੈ। ਫਿਰ NLC 'ਚ ਇੰਟਰਵਿਊ ਦਿੱਤਾ ਉਹਨਾਂ ਨੇ। ਠੀਕ ਰਿਟਾਇਰਮੈਂਟ ਤੋਂ 1 ਮਹੀਨੇ ਬਾਅਦ ਉਹਨਾਂ ਨੂੰ ਉੱਥੇ ਐਡਜਸਟ ਕਰ ਲਿਆ, ਉੱਥੇ ਨੌਕਰੀ ਤੇ ਲੱਗ ਗਿਆ। NLC ਠੋਕਰ ਨਿਆਜ਼ ਬੇਗ ਤੇ, ਠੀਕ ਹੈ, ਉੱਥੇ ਨੌਕਰੀ ਕਰਨ ਲੱਗ ਪਿਆ। 1 ਸਾਲ ਮੁਕੰਮਲ ਉੱਥੇ ਹੋਇਆ ਤੇ 20/4/2023 ਨੂੰ ਘਰ ਆਏ ਨੇ। ਈਦ ਕਰਨ ਵਾਸਤੇ 4 ਛੁੱਟੀਆਂ ਮਿਲੀਆਂ। ਮੈਂ ਤੇ ਮੇਰਾ ਬੇਟਾ ਤੇ ਮੇਰਾ ਭਤੀਜਾ ਛੋਟਾ ਸੀ ਅੱਡੇ ਤੇ ਲੈਣ ਵਾਸਤੇ ਗਏ ਆ। ਅਸੀਂ ਰਾਬਤੇ 'ਚ ਰਹੇ, ਤਕਰੀਬਨ ਇਸ ਵੇਲੇ ਆ ਗਏ ਨੇ ਘਰ ਚਲੇ ਗਏ ਨੇ। ਚਾਹ ਪੀਤੀ। ਉਸ ਤੋਂ ਬਾਅਦ ਕਹਿੰਦੇ ਚਾਂਦ ਰਾਤ ਤੇ ਬੱਚਿਆਂ ਨੇ ਸ਼ਾਪਿੰਗ ਕੀਤੀ ਹੈ, ਆਪਣੀ ਮਰਜ਼ੀ ਨਾਲ ਸ਼ਾਪਿੰਗ ਕੀਤੀ। ਸ਼ਾਪਿੰਗ ਕਰਕੇ ਫਿਰ ਜਦੋਂ ਬੱਚੇ ਪਹਿਲੇ ਘਰ ਚਲੇ ਗਏ, ਮੇਰਾ ਭਾਈ 11:06 ਤੇ ਘਰ ਜਾ ਕੇ ਕਾਲ ਕੀਤੀ 18 ਸੈਕਿੰਡ ਦੀ ਕਿ ਦਰਵਾਜ਼ਾ ਖੋਲੋ। ਦਰਵਾਜ਼ਾ ਖੁੱਲ੍ਹਾ ਤੇ ਮੇਰਾ ਭਾਈ ਅੰਦਰ ਇੰਟਰ ਹੋ ਗਿਆ। ਠੀਕ ਹੈ। ਅੱਗੇ ਜਦੋਂ ਗਿਆ, ਅੱਗੇ ਮਾਮਲਾ ਦਾ ਅੱਜ ਤੱਕ ਪਤਾ ਨਹੀਂ ਚੱਲਿਆ, ਲੇਕਿਨ ਹੁਣ ਪਤਾ ਚੱਲਿਆ ਕਿ ਇਸ ਬੇਵਫਾ ਔਰਤ ਨੇ ਕੀ ਕੀਤਾ ਹੈ। ਇਸ ਨਾਮਰਾਦ ਔਰਤ ਨੇ ਮੇਰੇ ਭਾਈ ਨਾਲ ਕੀ ਸਲੂਕ ਕੀਤਾ। ਇਹਨਾਂ ਦਾ ਪਹਿਲੇ ਪ੍ਰੋਗਰਾਮ ਸੀ, ਇਹਨਾਂ ਨੇ ਮੇਰੇ ਭਾਈ ਨਾਲ ਜਿਹੜਾ ਸਲੂਕ ਕੀਤਾ ਵੇ, ਇਹਨੇ ਉਹਨੂੰ ਨਸ਼ੇ ਵਾਲੀਆਂ 4 ਤੋਂ 5 ਗੋਲੀਆਂ ਚਾਹ ਦੇ ਵਿੱਚ ਦਿੱਤੀਆਂ। ਮੇਰਾ ਭਾਈ ਥੋੜ੍ਹੀ ਦੇਰ ਬਾਅਦ ਆਸਤਾ ਬੇਹੋਸ਼ ਹੋ ਗਿਆ। ਥੋੜ੍ਹੀ ਦੇਰ ਤੋਂ ਬਾਅਦ ਉਹਨੂੰ ਰਫਾਜਤ ਵਾਸਤੇ ਵਾਸ਼ਰੂਮ ਦੀ ਤਰਫ ਗਿਆ। ਉੱਥੇ ਜਦੋਂ ਜਾ ਕੇ ਕੁੰਡੀ ਨੂੰ ਹੱਥ ਲਾਇਆ ਤੇ ਫਿਰ ਇਹਨਾਂ ਦੋਵਾਂ ਨੇ ਛੁਰਾ ਮਾਰ ਕੇ ਉਹਦੀ ਗਰਦਨ ਵੀ ਲਾ ਦਿੱਤੀ, ਉਹਦੇ ਬਾਜ਼ੂ ਵੀ, ਉਹਦੀਆਂ ਲੱਤਾਂ ਵੀ, ਉਹਦੀ ਹਰ ਸ਼ੈ ਲਾ ਕੇ। ਬੋਰੇ ਦਾ ਇੰਤਜ਼ਾਮ ਪਹਿਲੇ ਸੀ। ਫਿਰ ਇਸ ਔਰਤ ਨੇ ਪੈਪ ਲਾ ਕੇ ਬੋਕਰ ਮਾਰ ਕੇ ਫਰਸ਼ ਨੂੰ ਸਾਫ਼ ਕੀਤਾ। ਅੰਦਰੋਂ 4 ਪਾਈ ਤੋਂ 2 ਚਾਦਰਾਂ ਲਿਆ ਕੇ ਉਹਦੇ 'ਚ ਲਪੇਟ ਕੇ ਮੋਟਰਸਾਈਕਲ ਦੇ ਉੱਤੇ ਬੈਠ ਕੇ, ਇਹ ਮੇਰੇ ਆਬਾਦੀ ਦੇ ਨਾਲ ਇੱਕ ਮਸਜਿਦ ਹੈਗੀ ਦਾਵਤ ਇਸਲਾਮੀ ਵਾਲੀ, ਉਹਦੇ ਵਿੱਚ ਜ਼ੇਰੇ ਤਮੀਰ ਸੀ, ਉਹਦੇ ਵਿੱਚ ਸੁੱਟ ਕੇ ਆ ਗਿਆ। ਰਾਤ ਵੀ ਦਿਨ ਚੜ੍ਹਨ ਦਿਆ ਵੇ, ਉੱਤੇ ਮਿੱਟੀ ਪਾ ਦਿੱਤੀ। ਉੱਥੇ ਕ੍ਰੇਨ ਲੱਗੀ। ਕ੍ਰੇਨ ਲੱਗਣ ਤੋਂ ਬਾਅਦ ਬਾਹਰਲੀ ਸਾਈਡ ਵੀ ਪੁੱਟੀ ਗਈ, ਅੰਦਰ ਵਾਲੀ ਵੀ ਪੁੱਟੀ ਗਈ, ਲੇਕਿਨ ਉੱਥੋਂ ਕੋਈ ਚੀਜ਼ ਨਹੀਂ ਮਿਲੀ। ਫਿਰ ਇਸ ਤਰੀਕੇ ਨਾਲ ਅਸੀਂ ਕੋਸ਼ਿਸ਼ ਕਰਦੇ ਰਹੇ, ਟਰਾਈ ਕਰਦੇ ਪਿੰਡ ਚਲੇ ਗਿਆ। ਜਦੋਂ ਪਿੰਡ ਗਿਆ ਤਾਂ ਪਤਾ ਲੱਗਾ ਵੀ ਇਹਦੀ ਡੈੱਡ ਬਾਡੀ ਅਗਲੀ ਰਾਤ ਘਰ ਚਲੀ ਗਈ ਸੀ, ਮੁਲਜ਼ਮ ਦੇ ਉਸਮਾਨ ਦੇ ਘਰ ਚਲੀ ਗਈ ਹੈ। ਕਿੱਥੋਂ ਪਤਾ ਲੱਗਾ? ਇੱਕ ਆਦਮੀ ਸੀ ਜਿਹੜਾ ਉਹਨਾਂ ਦੇ ਘਰ ਇਲੈਕਟ੍ਰੀਸ਼ੀਅਨ ਸੀ, ਉਹ ਕੰਮ ਕਰ ਰਿਹਾ ਸੀਗਾ। ਕਿਹਨਾਂ ਦੇ ਘਰ? ਇਸ ਉਸਮਾਨ ਮੁਲਜ਼ਮ ਦੇ ਘਰ। ਠੀਕ ਹੈ। ਉਸ ਮੁਲਜ਼ਮ ਦੇ ਘਰ ਕੰਮ ਕਰਦਾ ਸੀ। ਇਹਨਾਂ ਨੇ ਕੋਈ ਖਤਮ ਦਵਾਉਣਾ ਸੀ। ਉਹਨਾਂ ਨੇ ਕਿਹਾ ਸੀ ਸਾਡਾ ਪਲੰਬਰ ਦਾ ਤੇ ਬਿਜਲੀ ਦਾ ਕੰਮ ਕਰਨ ਵਾਲਾ ਵੇ, ਇਹ ਸਾਨੂੰ ਨਾ ਕਰ ਲੈਣ ਕਰਦੇ। 1-2 ਦਾ ਟਾਈਮ ਹੋ ਗਿਆ। ਉਹ ਜਦੋਂ ਬੈਗ ਚੁੱਕ ਕੇ ਟੁਰਨ ਲੱਗਾ ਤੇ ਜਦੋਂ ਉਹਨੇ ਚੁੱਕਿਆ ਨਾ ਤੇ ਡੈੱਡ ਬਾਡੀ ਉਹਦੇ ਵਿੱਚ ਸੀ। ਉਹਨੇ ਪੈਰ ਤੇ ਉਂਗਲਾਂ ਵੇਖ ਲਈਆਂ। ਕਿਹਦੇ ਵਿੱਚ? ਮਸਜਿਦ ਦੇ ਵਿੱਚ ਨਾ? ਨਹੀਂ, ਮਸਜਿਦ ਤੋਂ ਤੇ ਗੱਲ ਪਿੰਡ ਚਲੀ ਗਈ ਨਾ ਜੀ। ਠੀਕ ਹੈ। ਮੈਨੂੰ ਇਹ ਦੱਸੋ ਵੀ ਮਸਜਿਦ 'ਚ ਕੰਸਟਰਕਸ਼ਨ ਹੋ ਰਹੀ ਸੀ ਨਾ, ਤਾਮੀਰ ਹੋ ਰਹੀ ਸੀ? ਹਾਂਜੀ, ਮਸਜਿਦ ਤੇ ਇਹਨਾਂ ਨੇ ਵਿੱਚ ਦੱਬੀ ਹੈ,
ਖੱਡਾ ਖੋਦਿਆ ਸੁੱਟਤੀ ਨਹੀਂ ਹੈ। ਉਹ ਕਾਫੀ ਤਕਰੀਬਨ ਗਹਿਰਾਈ ਹੈਗੀ ਸੀ ਉਹਦੀ 8 ਤੋਂ 9 ਫੁੱਟ ਹੈਗੀ ਸੀਗੀ 9 ਫੁੱਟ ਗਹਿਰਾਈ ਖੋਦੀ ਤੇ ਵਿੱਚ ਸੁੱਟਤੀ ਤੇ ਆ ਗਏ। ਹਾਂਜੀ ਫਿਰ ਮੈਨੂੰ ਅਗਲੇ ਇਹ ਦਿਨ ਦੱਸੋ ਕਹਿੰਦੇ ਸਵੇਰੇ ਜਦੋਂ ਹੋਈ ਹਾਂਜੀ ਅਗਲਾ ਦਿਨ ਚੜਿਆ ਨਾ ਹਾਂਜੀ ਹਾਂਜੀ ਤੇ ਮਸਜਿਦ 'ਚ ਤਾਂ ਤਾਮੀਰ ਹੋ ਰਹੀ ਸੀ। ਨਹੀਂ 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 ਮਿਸਤਰੀ ਤੇ ਨਹੀਂ ਨਾ ਲੱਗੇ ਹੋਣੇ ਬਾਰਿਸ਼ ਬੁਰਿਸ਼ ਪਈ ਸੀ ਪਾਣੀ ਪੂਣੀ ਖਲੋਤਾ ਕਹਿੰਦੇ ਅਸੀਂ ਉੱਤੇ ਮਿੱਟੀ ਪਾ ਦਿੱਤੀ ਸੀਗੀ ਫਿਰ ਅਸਾਂ ਮਸਜਿਦ 'ਚ ਕਿਸੇ ਨੂੰ ਪਤਾ ਨਹੀਂ ਲੱਗਾ ਕਿ ਕਿਸੇ ਰਾਤੀ ਨੂੰ- ਇੱਥੇ ਕੌਣ ਦੱਬ ਕੇ ਗਿਆ। ਨਹੀਂ ਕਿਸੇ ਨੂੰ ਨਹੀਂ ਪਤਾ ਚੱਲਿਆ ਨਹੀਂ ਪਤਾ ਚੱਲਿਆ। ਨਹੀਂ ਪਤਾ ਚੱਲਿਆ ਆਪ ਹੀ ਅਗਲੇ ਦਿਨ ਜਾ ਕੇ ਕੱਢ ਲਈਏ। ਇਹਨਾਂ ਨੇ ਆਪ ਹੀ ਜਾ ਕੇ ਸਾਜਦਾ ਨੇ ਔਰ ਅਸਮਾਨ ਨੇ ਤੁਹਾਡੀ ਭਰਜਾਈ ਦਾ ਨਾਮ ਸਾਜਦਾ ਹੈ। ਸਾਜਦਾ ਇਹਨੇ ਅੱਛਾ। ਤੇ ਇਹਨਾਂ ਨੇ ਫਿਰ ਕਹਿੰਦੇ ਨੇ ਅਸੀਂ ਮੋਟਰਸਾਈਕਲ ਤੇ ਕੱਢ ਕੇ ਉਸੇ ਤਰ੍ਹਾਂ ਫਿਰ ਅਸੀਂ ਘਰ ਲੈ ਗਏ ਆ ਘਰ ਲੈ ਕੇ ਚਲੇ ਗਏ ਉੱਥੇ ਇੱਕ ਮੇਰੇ ਪਿੰਡ ਦਾ ਲੜਕਾ ਸਲਾਮਤ ਨਾਮੀ ਉਹ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਘਰ ਉਹਨੇ ਕਿਹਾ ਕਿ ਮੈਂ ਡੈੱਡ ਬਾਡੀ ਵੇਖੀ ਏ ਉਹ ਆ ਕੇ ਇੱਥੇ ਬਿਆਨ ਵੀ ਰਾਤ ਦੇ 1 ਵਜੇ ਦੇ ਕੇ ਗਿਆ ਐਸਐਚਓ ਸਾਹਿਬ ਨੂੰ ਕਿ ਮੈਂ ਡੈੱਡ ਬਾਡੀ ਵੇਖੀ ਏ ਬਿਆਨ ਵੀ ਦੇ ਕੇ ਚਲਾ ਗਿਆ ਉੱਥੋਂ ਫਿਰ ਰੌਲਾ ਬਣ ਗਿਆ ਉਦੋਂ ਇਹਦੇ ਘਰ ਦੇ ਵਿੱਚ ਸਾਰੀ ਫੈਮਿਲੀ ਮੌਜੂਦ ਸੀਗੀ ਡੈੱਡ ਬਾਡੀ ਦੇ ਕੋਲ ਇਹਦੀ ਵਾਲਦਾ ਵੀ ਇਹਦੇ ਦੋਵੇਂ ਬੇਟੇ ਵੀ ਇਹਦੀਆਂ ਸਾਰੀਆਂ ਬੇਟੀਆਂ ਵੀ ਇਹਦਾ ਇੱਕ ਜਵਾਈ ਇੱਥੇ ਬੰਦ ਰਿਹਾ ਹੈ ਉਹਦਾ ਨਾਂ ਯੂਨਸ ਹੈ ਇਹ ਸਾਰੇ ਘਰ ਦੇ ਵਿੱਚ ਹੈਗੇ ਸਨ ਮੌਜੂਦ ਸਨ ਇਹਨਾਂ ਦਾ ਪ੍ਰੋਗਰਾਮ ਸੀ ਕਿ ਡੈੱਡ ਬਾਡੀ ਜਿਹੜੀ ਹੈਗੀ ਇਹਨੂੰ ਘਰ 'ਚ ਅਸੀਂ ਦਫਨਾ ਦਿੰਦੇ ਹਾਂ ਟੋਇਆ ਕੱਢ ਕੇ ਲੇਕਿਨ ਕੁਝ ਲੋਕਾਂ ਦਾ ਖਿਆਲ ਸੀ ਵੀ ਅਗਰ ਇੱਥੇ ਰੱਖੀ ਤੇ ਮਸਲਾ ਬਣ ਜਾਏਗਾ ਹੁਣ ਉਹਨਾਂ ਨੇ ਕਿਹਾ ਜੀ ਅਸੀਂ ਤੇ ਜਿਹੜਾ ਨਾ ਬੋਰੇ 'ਚ ਪਾ ਕੇ ਤੇ ਇਹ ਜਿਹੜੀ ਨਹਿਰ ਜਾਂਦੀ ਹੈ ਨਾ ਜੜ੍ਹਾਂ ਵਾਲੇ ਨੂੰ ਜੀ ਝਾਲ ਨੂੰ ਉਹਦੇ ਵਿੱਚ ਅਸੀਂ ਸੁੱਟ ਦਿੱਤੀ ਹੈ। ਮਸਜਿਦ 'ਚੋਂ ਡੈਡ ਬੋਡੀ ਕੱਢ ਕੇ ਉਸਮਾਨ ਮੁਲਜ਼ਮ ਦੇ ਘਰ ਕਿੰਨੇ ਪਹੁੰਚਾਇਆ? ਇਹ ਜਿਹੜੀ ਹੈਗੀ ਏ ਸੂਬੇਦਾਰ ਦੀ ਬੇਗਮ ਤੇ ਸਾਜਦਾ। ਉਸਮਾਨ ਦੋਨੇ ਹੀ ਮੋਟਰਸਾਈਕਲ ਤੇ ਰੱਖ ਕੇ ਲੈ ਕੇ ਗਏ ਨੇ ਘਰ ਹੋਰ ਵੀ ਕੋਈ ਸੀ ਨਾਲ ਮੋਟਰਸਾਈਕਲ ਤੇ? ਇਹ ਦੋਵੇਂ ਦੱਸਦੇ ਕਿ ਅਸੀਂ ਦੋਨੇ ਸੀ ਸਾਡੇ ਨਾਲ ਤੀਸਰਾ ਸ਼ਖਸ ਹੋਰ ਕੋਈ ਨਹੀਂ ਲੇਕਿਨ ਜਦੋਂ ਨਹਿਰ 'ਚ ਸੁੱਟਣ ਗਏ ਨੇ ਉਹਦੇ ਦੀਆਂ ਭੈਣਾਂ ਇੱਕ ਆਇਸ਼ਾ ਇੱਕ ਨਾਇਲਾ ਮੁਲਜ਼ਮ ਦੀ ਭੈਣਾਂ ਇੱਕ ਆਇਸ਼ਾ ਇੱਕ ਨਾਇਲਾ ਉਸਮਾਨ ਮੋਟਰਸਾਈਕਲ ਤੇ ਅੰਮੀ ਇਹਦੀ ਨੇ ਤੇ ਉਹ ਜਿਹੜਾ ਯੂਨਸ ਇਹਨਾਂ ਨੇ ਫੜ ਕੇ ਉਹ ਡੈੱਡ ਬਾਡੀ ਬੋਰਾ ਸਕੂਟਰ ਤੇ ਰਖਾ ਦਿੱਤਾ ਤੇ ਉਹ ਨਹਿਰ 'ਚ ਕਹਿੰਦੇ ਅਸੀਂ ਸੁੱਟਣ ਚਲੇ ਗਏ ਇਹ ਹੋਇਆ ਜੀ। ਅੱਛਾ ਮੈਨੂੰ ਇਹ ਦੱਸੋ ਕਿ ਮਾਸ਼ਾਅੱਲਾ ਤੁਸੀਂ ਖਾਨਦਾਨੀ ਲੋਕ ਜੀ ਜੀ ਅਲਹਮਦੁਲਿਲਾ ਯਤੀਮ ਬੱਚੀ ਉਹਨੂੰ ਫਟਾਫਟ ਵਿਆਹ ਆ ਕੇ ਮਾਂ ਦੇ ਬਗੈਰ ਕਿਵੇਂ ਰਹੇਗੀ ਆਪਣੇ ਘਰ ਲੈ ਕੇ ਆਏ ਬੜਾ ਚੰਗਾ ਲੱਗਿਆ ਮੈਨੂੰ ਸੁਣ ਕੇ। ਉਦੋਂ ਕਿੰਨੀ ਉਮਰ ਸੀ ਇਹਦੀ ਸਾਜਦਾ ਦੀ? ਇਹਦੀ ਉਮਰ ਹੋਣੀ ਉਦੋਂ ਕੋਈ 14-15 ਸਾਲ ਤਕਰੀਬਨ ਹੋਣੀ है 14 छोटी सी थी। हाँ जी। अच्छा चलें बालिग थी शादी की आप लोग ले आए हाँ जी इज्जत बनाया ना निकाह तो बहुत बड़ी इज्जत है। यतीम बच्ची सी ना जी। हाँ जी यतीम बच्ची है निकाह बहुत बड़ी इज्जत है। हाँ जी आप किसी को देते हैं मतलब कि आप उसको अपनी इज्जत बना रहे हैं जी जी नाम दे रहे हैं। हाँ जी आप उसको ले आए अपने घर जिंदगी ठीक गुजर रही थी मियाँ बीवी की? जितनी देर तक तो यूनिटां ਦੇ ਵਿੱਚ ਰਹਿ ਰਹੇ ਨਾ ਜੀ ਉੱਥੇ ਤੇ ਫਿਰ ਆਪਣੀ ਮਰਜ਼ੀ ਗੁਜ਼ਾਰਦੇ ਸੀ ਮੈਨੂੰ ਮਿਲਣ ਵਾਸਤੇ 6 महीने बाद आ जाना चाह रही हूँ। मैं सवाल ये कर रही हूँ आपसे कि जाहिर है जब ये यूनिट्स में रहते थे जॉब में बिजी होते थे हाँ जी तो पीछे बेगम इनके साथ साथ होती थी ये अलग होम टाउन में? उधर यूनिटों में तो साथ था साथ होती थी साथ था जाहिर है फिर साथ का मतलब ये कि अंडरस्टैंडिंग थी आपस में? हाँ जी उधर ही अंडरस्टैंडिंग हाँ जी उधर अंडरस्टैंडिंग मियां बीवी की अच्छी बन रही थी निभ रही थी। बच्चे कितने हैं? 3 बच्चे हैं जी। कितने कितने? एक बच्चे मैं छोटा जो बच्चा उसकी उम्र है 11 साल उस तो जी वड्डी बच्ची ਉਹਦੀ ਉਮਰ ਹੈਗੀ 14 ਸਾਲ ਤੇ ਜਿਹੜੀ ਉਸ ਤੋਂ ਵੱਡੀ ਬੱਚੀ ਜਿਹਦੀ ਸ਼ਾਦੀ ਹੋ ਗਈ ਹੈ ਮੇਰੀ ਮਰਜ਼ੀ ਤੋਂ ਬਗੈਰ ਸ਼ਾਦੀ ਹੋਈ ਹੈ ਮੇਰੇ ਅੱਬੂ ਦੀ ਮਰਜ਼ੀ ਤੋਂ ਬਗੈਰ ਸ਼ਾਦੀ ਹੋਈ ਹੈ ਇਸ ਔਰਤ ਨੇ ਆਪਣੀ ਮਰਜ਼ੀ ਨਾਲ ਉਹ ਨਿਕਾਹ ਦਿੱਤਾ ਸਾਨੂੰ ਨਹੀਂ ਦੱਸਿਆ।